ਅੱਜ ਆਪਾਂ ਕੁਝ ਇੰਪੋਰਟੈਂਟ MCQ ਡਿਸਕਸ ਕਰਾਂਗੇ ਜੋ ਸਾਡੇ ਐਗਜ਼ਾਮ ਲਈ ਬਹੁਤ ਹੀ ਜ਼ਰੂਰੀ ਹੈ। ਤਾਂ ਫਸਟ ਆਪਾਂ ਕੁਐਸਚਨ ਤੋਂ ਸਟਾਰਟਿੰਗ ਕਰਦੇ ਹਾਂ। ਫਸਟ ਕੁਐਸਚਨ ਦੇ ਵਿੱਚ ਅਸੀਂ ਪੜ੍ਹਿਆ ਸੀ ਵੀ ਜਿਹੜਾ ਜ਼ਿੰਕ ਹੈ, ਜ਼ਿੰਕ ਨੂੰ ਜਦੋਂ ਕਾਪਰ ਸਲਫੇਟ ਦੇ ਵਿੱਚ ਪਾ ਦਿੱਤਾ ਜਾਵੇ ਤਾਂ ਜ਼ਿੰਕ ਸਲਫੇਟ ਤੇ ਕਾਪਰ ਬਣ ਜਾਂਦਾ ਹੈ। ਇਹ ਕਿਸ ਟਾਈਪ ਦਾ ਰਿਐਕਸ਼ਨ ਹੈ? ਦੇਖੋ ਜ਼ਿੰਕ ਜਿਹੜਾ ਉਹ ਕਾਪਰ ਨੂੰ ਇੱਥੋਂ ਹਟਾ ਰਿਹਾ ਹੈ, ਵਿਸਥਾਪਿਤ ਕਰ ਰਿਹਾ, ਯਾਨੀ ਕਿ ਡਿਸਪਲੇਸ ਕਰ ਰਿਹਾ। ਤਾਂ ਕਰਕੇ ਆਪਣੇ ਕੋਲ ਇਹ ਜੋ ਆਪਸ਼ਨ ਹੈ ਦਾ ਸੀ। ਕਾਪਰ ਸਲਫੇਟ ਦਾ ਜੇ ਕਲਰ ਪੁੱਛਣ ਤਾਂ ਕਿਹੜਾ ਹੁੰਦਾ? ਬਲੂ। ਜੋ ਜ਼ਿੰਕ ਪਾ ਦੋਗੇ ਉਹ ਵਾਲਾ ਕਲਰ ਕਿਵੇਂ ਹੁੰਦਾ ਉਹਦਾ? ਫੇਡ। ਉਸ ਤੋਂ ਬਾਅਦ ਪੁੱਛਿਆ ਆਪਾਂ ਨੂੰ ਵਿਚ ਗੈਸ ਪ੍ਰੋਡਿਊਸਡ ਵੈਨ HCl ਐਸਿਡ ਐਡ ਔਨ ਦਾ ਆਇਰਨ ਫਿਲਿੰਗਸ। ਤੁਹਾਡੇ ਕੋਲ ਆਇਰਨ ਦੇ ਟੁਕੜੇ ਨੇ, ਛੋਟੇ ਛੋਟੇ ਪੀਸ ਹੈ, ਉਹਦੇ ਉੱਪਰ ਤੁਸੀਂ ਕੀ ਪਾ ਰਹੇ ਹੋ? HCl ਜਿਹੜਾ ਐਸਿਡ। ਤਾਂ ਉੱਥੇ ਹਮੇਸ਼ਾ ਕਿਹੜੀ ਗੈਸ ਪੈਦਾ ਹੁੰਦੀ ਹੈ? ਹਾਈਡਰੋਜਨ। ਅਗਲੇ ਕੁਐਸਚਨ ਚ ਪੁੱਛਿਆ ਆਪਾਂ ਨੂੰ ਐਟੋਮਿਕ ਰੇਡੀਅਸ। ਐਟੋਮਿਕ ਰੇਡੀਅਸ ਕੀ ਹੁੰਦਾ ਹੈ? ਇਹ ਨਿਊਕਲੀਅਸ ਹੈ, ਇਹਦੇ ਬਾਹਰਲਾ ਬਾਉਂਡਰੀ ਤੱਕ ਜਿਹੜਾ ਸ਼ੈਲ ਹੈ ਉਹ ਤੱਕ ਦਾ ਜਿਹੜਾ ਡਿਸਟੈਂਸ ਆ ਉਹਨੂੰ ਰੇਡੀਅਸ ਕਹਿੰਦੇ। ਪੁੱਛਿਆ ਕਿਹਦੇ ਵਿੱਚ ਆਪਾਂ ਨੂੰ? ਵੀ ਗਰੁੱਪ ਦੇ ਵਿੱਚ। ਕੀ ਕਰਦਾ ਉਹ? ਨੀਚੇ ਜਾਣ ਤੇ ਸਾਈਜ਼ ਵੱਡਾ ਹੋ ਜਾਂਦਾ ਤਾਂ ਕੀ ਕਰੂਗਾ ਇਹ? ਇਨਕਰੀਜ਼। ਤਾਂ ਐਟੋਮਿਕ ਰੇਡੀਅਸ ਨੀਚੇ ਜਾਣ ਤੇ ਇਨਕਰੀਜ਼ ਕਰਦਾ। ਨੈਕਸਟ ਕੁਐਸਚਨ ਹੁਣ ਹੈਗਾ ਆਪਣੇ ਕੋਲ ਫੋਰਥ ਕੁਐਸਚਨ ਦੇ ਵਿੱਚ ਆਪਾਂ ਨੂੰ ਪੁੱਛੇਗਾ, ਕਹਿੰਦੇ ਇਹ ਦੱਸੋ ਗਰੁੱਪ ਤੇ ਪੀਰੀਅਡ ਦੇ ਵਿੱਚ ਜਿਹੜਾ ਆਪਾਂ ਨੂੰ ਇੱਕ ਐਟਮ ਹੈ ਉਹਦੀ ਕਨਫੀਗਰੇਸ਼ਨ ਦੇ ਰੱਖੀ ਹੈ 282, ਯਾਨੀ ਕਿ 12 ਬਣ ਗਈ। ਜੇ ਤੁਸੀਂ ਐਟੋਮਿਕ ਨੰਬਰ ਪੁੱਛਿਆ, ਜੇ ਤੱਤ ਪੁੱਛਿਆ ਕਿਹੜਾ ਉਹ ਐਲੀਮੈਂਟ, ਤਾਂ ਕੀ ਕਹੋਗੇ? ਮੈਗਨੀਸ਼ੀਅਮ। ਹੁਣ ਆਪਾਂ ਕੀ ਲੱਭਣਾ ਉਹਦਾ? ਗਰੁੱਪ ਤੇ ਪੀਰੀਅਡ। ਹੁਣ ਗਰੁੱਪ ਤਾਂ ਲੱਭਦੇ ਆ ਵੀ ਆਪਾਂ ਨੂੰ ਨੰਬਰ ਆਫ ਇਲੈਕਟ੍ਰੋਨਸ ਤੋਂ ਕਿੰਨੇ ਨੇ। ਪੀਰੀਅਡ ਕਿਤੋਂ ਲੱਭਦਾ ਹੁੰਦਾ ਹੈ? ਸ਼ੈਲਸ ਤੋਂ। ਸ਼ੈਲ ਕਿੰਨੇ ਇਹਦੇ ਵਿੱਚ? KLM 10। ਤੇ ਇਹਦਾ ਪੀਰੀਅਡ ਤਾਂ ਕਿਹੜਾ ਹੋਊਗਾ? ਤੀਸਰਾ। ਤੀਸਰਾ ਕਿਹ 'ਚ ਮਿਲਦਾ ਆਪਾਂ ਨੂੰ? ਇਹ 'ਚ। ਇਹ ਸੈਕੰਡ ਲਿਖਣਾ, ਇਹ ਪੀਰੀਅਡ ਹੋਊਗਾ। ਫਸਟ ਤੇ ਗਰੁੱਪ ਲਿਖਿਆ, ਗਰੁੱਪ ਲਈ ਆਪਾਂ ਦੇਖਣੇ ਬਾਹਰਲੇ ਸ਼ੈਲ ਦੇ ਇਲੈਕਟ੍ਰੋਨ, ਉਹ ਕਿੰਨੇ ਨੇ? 2। ਤੇ ਇਹਦਾ ਗਰੁੱਪ ਕਿਹੜਾ ਹੋਊਗਾ? ਸੈਕੰਡ। ਤਾਂ ਪਹਿਲਾਂ ਗਰੁੱਪ ਦੇਖਣਾ ਫਿਰ ਪੀਰੀਅਡ। ਤਾਂ ਇਹਦੀ ਬੀ ਆਪਸ਼ਨ ਬਿਲਕੁਲ ਸਹੀ ਹੋਊਗੀ। During the Newland octaves, elements are known। ਕਿੰਨੇ ਐਲੀਮੈਂਟ ਜਿਹੜੇ ਉਸ ਟਾਈਮ ਤੇ ਮੌਜੂਦ ਸੀ? ਤਾਂ ਉਹਨਾਂ ਦੀ ਗਿਣਤੀ ਹੈਗੀ ਸੀ 63। ਇਹ ਧਿਆਨ ਚ ਰੱਖਿਓ। ਤਾਂ ਆਪਣੇ ਕੋਲ ਨਿਊਲੈਂਡ ਆਕਟੇਵਸ ਦੇ ਟਾਈਮ ਸੀ, ਸੌਰੀ ਮੈਂ ਤੁਹਾਨੂੰ ਰੌਂਗ ਦੱਸਤਾ। ਇੱਕ ਨਾ ਮੈਂਡਲੀਫ ਸੀਗਾ, ਮੈਂਡਲੀਫ ਤਾਂ ਸਮੇਂ ਤੇ ਆਏਗੀ ਸੀ 63। ਨਿਊਲੈਂਡ ਆਕਟੇਵ ਦੇ ਵੇਲੇ 56 ਜਿਹੜੀ ਉਹ ਗਿਣਤੀ ਸੀ। ਛੇਵਾਂ, which element has high electronegativity। ਇਲੈਕਟ੍ਰੋਨੈਗੇਟਿਵਿਟੀ ਕਿਹਦੀ ਵੱਧ ਆ? ਸਾਈਜ਼ ਜਿਹਦਾ ਛੋਟਾ ਹੋ ਉਸੇ ਦੀ ਇਲੈਕਟ੍ਰੋਨੈਗੇਟਿਵਿਟੀ ਕੀ ਹੋਊਗੀ? ਜ਼ਿਆਦਾ। ਹੁਣ ਇਹ ਹੁੰਦੀ ਕੀ ਹੈ? ਜਦੋਂ ਦੋ ਐਟਮ ਆਪਸ ਵਿੱਚ ਇਲੈਕਟ੍ਰੋਨ ਸਾਂਝੇ ਕਰ ਲੈਣ, ਜਿਹਦਾ ਸਾਈਜ਼ ਛੋਟਾ ਹੈ, ਨਿਊਕਲੀਅਸ ਤੇ ਚਾਰਜ ਵੱਧਦਾ, ਉਹ ਖਿੱਚ ਕੇ ਉਹਨੂੰ ਕੀ ਲੈ ਜਾਂਦਾ ਆਪਣੇ ਵੱਲ। ਉਹਨੂੰ ਕੀ ਕਹਿੰਦੇ ਅਸੀਂ? ਇਲੈਕਟ੍ਰੋਨੈਗੇਟਿਵਿਟੀ। ਤਾਂ ਸਾਰਿਆਂ ਨੂੰ ਸਾਈਜ਼ ਛੋਟਾ ਫਲੋਰੀਨ ਦਾ, ਇਸ ਕਰਕੇ ਇਹਦੀ ਇਲੈਕਟ੍ਰੋਨੈਗੇਟਿਵਿਟੀ ਕੀ ਹੋਊਗੀ? ਜ਼ਿਆਦਾ ਹੋਊਗੀ। ਯੂਨਿਟ ਪੁੱਛਿਆ ਆਪਾਂ ਪਾਵਰ ਆਫ ਲੈਂਸ ਦੀ। ਪਾਵਰ ਆਫ ਲੈਂਸ ਦਾ ਫਾਰਮੂਲਾ ਤੁਸੀਂ ਪੜ੍ਹਿਆ ਸੀ 1/f, ਬਟ ਤੁਹਾਡੀ ਫੋਕਲ ਲੈਂਥ ਕਾਹ 'ਚ ਹੋਵੇ? ਮੀਟਰਾਂ 'ਚ। ਤਾਂ ਤੁਹਾਡੇ ਯੂਨਿਟ ਕੀ ਬਣ ਜਾਂਦੇ ਉਹਦੇ? ਡਾਇਓਪਟਰ। ਤਾਂ ਡਾਇਓਪਟਰ ਨੂੰ ਡੀ ਨਾਲ ਲਿਖਿਆ ਜਾਂਦਾ ਹੈ। ਤਾਂ ਤੁਹਾਡਾ ਕਿਹੜਾ ਆਪਸ਼ਨ ਫਿੱਟ ਬੈਠੂ ਇੱਥੇ? ਏ। ਆਹ ਧਿਆਨ ਰੱਖਿਓ ਵੀ ਫਿਫਥ ਕੁਐਸਚਨ ਮੈਂ ਰਿਪੀਟ ਕਰ ਦੂੰ ਦੁਬਾਰੇ ਵੀ ਨਿਊਲੈਂਡ ਵੇਲੇ 56 ਸੀ, ਮੈਂਡਲੀਫ ਵੇਲੇ ਸਾਰੇ ਐਲੀਮੈਂਟ ਇਹ ਕਿੰਨੇ ਹੋ ਚੁੱਕੇ ਸੀ? 63। ਜਿਹੜਾ ਮਾਡਰਨ ਪੀਰੀਓਡਿਕ ਟੇਬਲ ਹੈ ਉਹਦੇ ਵੇਲੇ ਕਿੰਨੇ ਐਲੀਮੈਂਟ ਜਿਹੜੇ ਅਵੇਲੇਬਲ ਨੇ? 118। नेक्स्ट क्वेश्चन, फोर्थ क्वेश्चन रिपीट करना है। कर दो।
देखो भी 4th क्वेश्चन 'ਚ ਪੁੱਛਿਆ ਗਰੁੱਪ ਤੇ ਪੀਰੀਅਡ ਦੱਸੋ। ਗਰੁੱਪ ਲੱਭਦਾ ਹੁੰਦਾ ਬਾਹਰਲੇ ਸ਼ੈਲ ਦੇ ਇਲੈਕਟ੍ਰੋਨ ਕਿੰਨੇ ਨੇ, ਪੀਰੀਅਡ ਲੱਭਦਾ ਨੰਬਰ ਆਫ ਸ਼ੈਲਸ ਤੋਂ। ਹੁਣ ਦੇਖੋ ਇਹਦੇ ਸ਼ੈਲ ਕਿੰਨੇ ਹੈ 3 KLM ਤਾਂ ਪੀਰੀਅਡ ਤਾਂ ਕਿਹੜਾ ਹੋ ਗਿਆ 3rd। ਨੈਕਸਟ ਗਰੁੱਪ ਆਪਾਂ ਨੂੰ ਪੁੱਛੇਗਾ ਤਾਂ ਗਰੁੱਪ ਲੱਭਦਾ ਹੁੰਦਾ ਬਾਹਰਲੇ ਸ਼ੈਲ ਦੇ ਇਲੈਕਟ੍ਰੋਨ ਕਿੰਨੇ ਹੈ, ਇੱਕ ਹੁੰਦਾ ਤਾਂ ਪਹਿਲਾ ਗਰੁੱਪ ਸੀ, 2 ਹੈ ਤਾਂ ਦੂਸਰਾ ਗਰੁੱਪ ਹੋ। ਓਕੇ ਗੁਰਦਾਸ। ਨੈਕਸਟ ਕੁਐਸਚਨ 8th ਦੇ ਵਿੱਚ ਆਪਾਂ ਨੂੰ ਪੁੱਛਿਆ ਵਿੱਚ ਮਿਰਰ ਫਾਰਮ ਰੀਅਲ ਇਨਵਰਟਡ ਇਮੇਜ। ਦੇਖੋ ਜਿਹੜਾ ਕਨਕੇਵ ਹੈ ਹਮੇਸ਼ਾ ਕੀ ਬਣਾਉਂਦਾ ਉਹ ਰੀਅਲ ਤੇ ਇਨਵਰਟਡ ਇਮੇਜ। ਇਹ ਪਹਿਲੇ ਲਿਖਿਆ ਹੋਇਆ ਮਿਰਰ, ਧਿਆਨ ਰੱਖਿਓ ਇਸ ਗੱਲ ਦਾ ਵੀ ਕਨਕੇਵ। ਜਿਹੜਾ ਕਨਵੈਕਸ ਹੈ ਇਹ ਹਮੇਸ਼ਾ ਕੀ ਬਣਾਉਂਦਾ ਇਰੈਕਟ ਸਿੱਧੀ ਇਮੇਜ। ਪਲੇਨ ਇਹ ਇਨਵਰਟਡ ਲੇਟਰਲ ਇਨਵਰਟਡ ਬਣਾਉਂਦਾ, ਜਿਹੜਾ ਖੱਬਾ ਪਾਸਾ ਸੱਜੇ ਦਿਸਦਾ। ਤੇ ਬੀ ਸੀ ਆਪਸ਼ਨ ਬਿਲਕੁਲ ਸਹੀ। ਅੱਗੇ ਇਨ ਵਿੱਚ ਮੀਡੀਅਮ ਸਪੀਡ ਆਫ ਲਾਈਟ ਇਜ਼ ਮਿਨੀਮਮ। ਕਿਸ ਮੀਡੀਅਮ ਦੇ ਵਿੱਚ ਲਾਈਟ ਦੀ ਸਪੀਡ ਜਿਹੜੀ ਉਹ ਘੱਟ ਹੋਊਗੀ। ਜਿੰਨਾ ਮੀਡੀਅਮ ਵੱਧ ਸੰਘਣਾ ਹੋਊਗਾ ਡੈਂਸ ਹੋਊਗਾ ਉਹਦੀ ਸਪੀਡ ਘੱਟ ਹੋਊ। ਤਾਂ ਘੱਟ ਸਪੀਡ ਕਿਹਦੇ ਵਿੱਚ ਹੋਊ ਡਾਇਮੰਡ ਦੇ ਵਿੱਚ। ਨੈਕਸਟ ਵਿਚ ਮਟੀਰੀਅਲ ਇਜ਼ ਨੋਟ ਯੂਜ਼ ਟੂ ਮੇਕ ਲੈਂਸ। ਕਿਹੜੀ ਸੀ ਜਿਹੜੀ ਲੈਂਸ ਵਿੱਚ ਨਹੀਂ ਵਰਤੀ ਜਾਂਦੀ। ਲੈਂਸ ਚਾਹੇ ਸਪੈਕਸ ਦਾ ਚਾਹੇ ਆਇਰਸ ਜਿਹੜੇ ਲਗਾਏ ਜਾਂਦੇ ਅੱਜ ਕੱਲ੍ਹ, ਜਾਂ ਹੁਣ ਤੁਸੀਂ ਦੇਖੋ ਪਲਾਸਟਿਕ ਦੇ ਲੈਂਸ ਆ ਰਹੇ ਅੱਜ ਕੱਲ੍ਹ, ਗਲਾਸ ਦੇ ਵੀ ਆ ਰਹੇ ਪਰ ਸੈਂਡ ਦੇ ਨਹੀਂ ਆ ਰਹੇ। ਤਾਂ ਕਰਕੇ ਇਹੀ ਆਪਸ਼ਨ ਆਪਣੇ ਕੋਲ ਸਹੀ ਬਣ ਜੂਗਾ। ਰਿਫਰੈਕਟਿਵ ਇੰਡੈਕਸ ਪੁੱਛਿਆ ਆਪਾਂ, ਪਹਿਲਾਂ ਤੁਹਾਨੂੰ ਰਿਫਰੈਕਟਿਵ ਇੰਡੈਕਸ ਨਹੀਂ ਪਤਾ ਹੋਵੇ ਇਹ ਤੁਹਾਨੂੰ ਇਹ ਦੱਸਦਾ ਹੈ ਵੀ ਕਿਹੜਾ ਮੀਡੀਅਮ ਜਿਹੜਾ ਉਹ ਕਿੰਨਾ ਕੁ ਸੰਘਣਾ ਹੈ ਕਿੰਨਾ ਕੁ ਡੈਂਸ ਹੈ ਉਹਦੀ ਵੈਲਿਊ ਦੱਸਦਾ। ਸਭ ਤੋਂ ਵੱਧ ਤਾਂ ਡਾਇਮੰਡ ਹੈ, ਇਹ ਡਾਇਮੰਡ ਦਾ ਇਹ ਆਪਣੇ ਕੋਲ ਕਿਹਦਾ ਗਾ ਵਾਟਰ ਦਾ, ਇਹ ਵੈਸੇ ਰੋਂਗ ਲਿਖਿਆ ਹੋਇਆ ਕੁਝ, ਤੇ ਇਹ ਕਾਹਦਾ ਹੈਗਾ 에ਅਰ ਦਾ। ਤਾਂ ਕਿਹੜੀ ਆਪਸ਼ਨ ਫਿਟ ਬੈਠੋ ਆਪਾਂ ਨੂੰ ਪਾਣੀ ਦੀ ਪੁੱਛਿਆ ਆਪਾਂ ਨੂੰ ਤਾਂ ਬੀ ਆਪਸ਼ਨ ਤੁਸੀਂ ਟੇਕ ਕਰੋਗੇ ਰਿਫਰੈਕਟਿਵ ਇੰਡੈਕਸ। ਇਹਨੂੰ ਨੋਟ ਕਿਹਦੇ ਕੀਤਾ ਜਾਂਦਾ ਸਮਾਲ ਐਨ ਨਾਲ। ਇਹਦਾ ਫਾਰਮੂਲਾ ਹੁੰਦਾ ਇੱਕ ਤਾਂ ਸਾਈਨ ਆਈ ਪੌਨ ਸਾਈਨ ਆਰ, ਦੂਸਰਾ ਆਪਾਂ ਵੈਲੋਸਿਟੀ ਵਾਲਾ ਵੀ ਲਿਖ ਲੈਂਦੇ ਸੀ ਪੌਨ ਡੀ। ਵੈਲੋਸਿਟੀ ਲਾਈਟ ਦੀ ਜਿਹੜੀ ਫਿਕਸ ਆਪਾਂ ਕਹਿੰਦੇ ਹੁੰਦੇ 3 × 10⁸ ਮੀਟਰ ਪਰ ਸੈਕਿੰਡ, ਤੇ ਦੂਸਰੀ ਸਾਈਡ ਵੈਲੋਸਿਟੀ ਜਿਹੜੀ ਤੁਹਾਡੀ ਮੀਡੀਅਮ ਦੇ ਵਿੱਚ ਆ ਜਾਂਦੀ ਹੈ। ਦੋਨਾਂ ਦੀ ਰੇਸ਼ੋ ਨੂੰ ਕੀ ਬੋਲਦੇ ਆਪਾਂ ਰਿਫਰੈਕਟਿਵ ਇੰਡੈਕਸ। ਨੈਕਸਟ क्वेश्चन ਤੇ ਦੇਖੋ ਹੁਣ ਆਪਾਂ 11 ਹੁਣ ਤੁਹਾਨੂੰ ਪੁੱਛੇਗਾ ਇਹ ਦੱਸੋ ਜਿਹੜੀ ਮਾਇਓਪਿਕ ਆਈ ਹੈ ਉਹਨੂੰ ਲੈਂਸ ਕਿਹੜਾ ਵਰਤੇ ਉਹ ਸਹੀ ਕਰਨ ਲਈ। ਮਾਇਓਪਿਕ ਆਈ ਕਿਹੜੀ ਹੁੰਦੀ ਹੈ ਜਿਹਨੂੰ ਕਹਿੰਦੇ ਅਸੀਂ ਨੀਅਰ ਸਾਈਟਡਨੈਸ। ਦੇਖੋ ਜੇ ਅੱਖ ਹੈ ਸਿਰਫ ਨੇੜੇ ਸਾਫ਼ ਦੇਖ ਸਕਦੀ ਹੈ ਦੂਰ ਨਹੀਂ ਦੇਖ ਸਕਦੀ ਤਾਂ ਉੱਥੇ ਕੀ ਹੁੰਦਾ ਅੱਖ ਦੀ ਜਿਹੜੀ ਬੋਲ ਦਾ ਸਾਈਜ਼ ਹੁੰਦਾ ਹੈ ਉਹ ਕੀ ਹੋ ਜਾਂਦਾ ਹੈਗਾ ਇਨਕਰੀਜ਼। ਜਦੋਂ ਅੱਖ ਦੀ ਬੋਲ ਦਾ ਸਾਈਜ਼ ਵੱਡਾ ਹੋ ਜਾਂਦਾ ਹੈ ਤਾਂ ਰੈਟੀਨਾ ਥੋੜੀ ਪਿੱਛੇ ਹਟ ਜਾਂਦੀ ਹੈ। ਇਮੇਜ ਤਾਂ ਬਣਨੀ ਚਾਹੀਦੀ ਸੀ ਇਸ ਪਲੇਸ ਤੇ ਪਰ ਉਹ ਬਣਦੀ ਕਿੱਥੇ ਹੈ ਇੱਥੇ ਉਹ ਬਲਰ ਹੋ ਜਾਂਦੀ ਹੈ। ਜਿਸ ਕਰਕੇ ਰੇਜ਼ ਜਿਹੜੀਆਂ ਪਹਿਲੀ ਮੀਟ ਕਰਦੀਆਂ ਇਹਨਾਂ ਨੂੰ ਫੈਲਾਉਣਾ ਪੈਣਾ ਆਪਾਂ ਨੂੰ। ਉਹ ਫੈਲਣਗੇ ਕਿਹਦੇ ਨਾਲ ਲਾਈਟ ਨੂੰ ਖੰਡਿਆਉਂਦਾ ਕਿਹੜਾ ਲੈਂਸ ਹੁੰਦਾ ਕਨਕੇਵ। ਤਾਂ ਕਿਹੜਾ ਫਿਟ ਰਹੂਗਾ ਇਹਦੇ ਲਈ ਕਨਕੇਵ। ਇੱਕ ਯਾਦ ਰੱਖ ਲਿਓ ਹਾਈਪਰਮੈਟ੍ਰੋਪੀ ਵਾਲੀ ਤੁਹਾਨੂੰ ਆਪਣੇ ਆਪ ਧਿਆਨ ਚ ਆ ਜਾਊਗੀ ਕਨਵੈਕਸ। ਨੈਕਸਟ ਆਪਾਂ ਨੂੰ ਇਹ ਪੁੱਛਿਆ ਵੀ ਕਹਿੰਦੇ which color has least wavelength। least means ਕੀ ਹੁੰਦਾ ਘੱਟ wavelength ਕਿਹੜੇ ਕਲਰ ਦੀ ਜਿਹੜਾ ਪੂਰਾ ਬਣਿਆ ਹੋਇਆ ਤੁਹਾਡੇ ਕੋਲ ਕਲਰ ਕਿਹੜੇ ਦੇ ਰੱਖੇ ਆਪਾਂ ਨੂੰ ਰੈਡ ਬਲੂ ਗ੍ਰੀਨ ਤੇ orange। ਜੇ ਅਸੀਂ ਪੂਰਾ ਲਿਖੀਏ ਤਾਂ ਕਲਰਸ ਦੇ ਅਕੋਰਡਿੰਗ ਤਾਂ ਬਿਬ ਗੋਇਰ। ਦੇਖੋ ਰੈਡ ਦੀ ਵੇਵਲੈਂਥ ਸਭ ਤੋਂ ਵੱਧ ਹੈ। ਉਸ ਤੋਂ ਬਾਅਦ ਆਪਣੇ ਕੋਲ ਕਿਹੜੇ ਕਲਰ ਨੇ ਵਾਇਲਟ ਇੰਡੀਗੋ ਇਹਨਾਂ ਦੀ ਵੀ ਘੱਟ ਹੈ ਪਰ ਇਹ ਆਪਸ਼ਨ ਚ ਹੈ ਨਹੀਂ ਨਾ ਇਸ ਕਰਕੇ ਤੁਹਾਡਾ ਇੱਥੇ ਆਪਸ਼ਨਾਂ ਚ ਕਿਹੜਾ ਫਿੱਟ ਬੈਠ ਰਿਹਾ ਇਕੱਲਾ ਬੀ ਬਲੂ। ਤਾਂ ਬਲੂ ਦੀ ਕਹੋਗੇ ਤੁਸੀਂ ਲੀਸਟ ਵੇਵਲੈਂਥ ਘੱਟ
ਰੰਗੋਈ ਰੰਗ ਸਭ ਤੋਂ ਵੱਧ ਕੀ ਕਰਦਾ ਹੈ, ਫੈਲਦਾ ਹੈ। ਹੁਣ ਵੇਵਲੈਂਥ ਤੁਹਾਨੂੰ ਦੱਸਿਆ ਸੀ ਵੇਵ ਟਰੈਵਲ ਕਰਦੀ ਹੈ ਇਸ ਤਰ੍ਹਾਂ ਅਪਵਰਡ ਤੇ ਡਾਊਨਵਰਡ ਡਿਸਪਲੇਸਮੈਂਟ ਕਰਦੀ ਹੈ ਮੀਨ ਪੋਜੀਸ਼ਨ ਦੇ ਅਬਾਊਟ। ਜਿਹੜੇ ਉੱਪਰ ਵਾਲੇ ਉਹਦੇ ਕ੍ਰੈਸਟ ਹੁੰਦੇ ਆ ਇਹਨਾਂ 'ਚ ਕਿੰਨਾ ਗੈਪ ਹੈ ਉਹਨੂੰ ਕੀ ਬੋਲਿਆ ਜਾਂਦਾ ਹੈ, ਵੇਵਲੈਂਥ। ਜਾਂ ਨੀਚੇ ਉਹਦੇ ਟਰਫ ਆ ਗਏ ਉਹਨਾਂ 'ਚ ਕਿੰਨਾ ਗੈਪ ਹੈ ਉਹਨੂੰ ਵੀ ਕੀ ਬੋਲਿਆ ਜਾਂਦਾ, ਕਹਿ ਸਕਦੇ ਹਾਂ ਵੇਵਲੈਂਥ। 14th question, which eye part help to focal length of the eye lens? मतलब ਕਿਹੜਾ eye part ਵੀ help ਕਰਦਾ to change printing mistake ਹੈ ਇੱਥੇ ਕਹਿ ਸਕਦੇ ਆਪਾਂ ਵੀ ਕਿਹੜਾ part help ਕਰਦਾ focal length ਨੂੰ adjust ਕਰਨ ਵਿੱਚ eye lens ਦੀ, ਉਹ ਕੌਣ ਨੇ, ciliary muscles ਇਹ ਹੈਲਪ ਕਰਦੇ ਆ ਜਿਹੜੇ ਲੈਂਜ ਨੂੰ ਕੀ ਕਰਕੇ ਰੱਖਦੇ ਨੇ, ਪਕੜ ਕੇ ਰੱਖਦੇ ਨੇ। ਇਹਦਾ ਲੈਂਜ ਕਿਹੜਾ ਹੁੰਦਾ ਅੱਖ ਵਿੱਚ, ਕਨਵੈਕਸ। ਨੈਕਸਟ ਪੁੱਛਿਆ ਆਪਾਂ ਨੂੰ ਹਿਊਮਨ ਆਈ ਵਿੱਚ ਜਿਹੜੀ ਇਮੇਜ ਆਬਜੈਕਟ ਦੀ ਉਹ ਕਿੱਥੇ ਬਣਦੀ ਹੈ, ਉਹਦੇ ਆਪਾਂ ਨੂੰ ਪਤਾ ਹੈ ਰੈਟੀਨਾ। ਰੈਟੀਨਾ ਕਿੱਥੇ ਹੈ, ਇਹ ਵਾਲੀ ਜਿਹੜਾ ਪਿਛਲਾ ਪਾਰਟ ਆਪਣਾ ਸਾਰਾ ਇਹ ਰੈਟੀਨਾ ਦਾ। ਸੋ 16th ਕੁਐਸਚਨ, ਇਹ 'ਚ ਪੁੱਛਿਆ ਆਪਾਂ ਨੂੰ ਲੀਸਟ ਡਿਸਟਿੰਕਟ ਵਿਜ਼ਨ ਆਫ ਨਾਰਮਲ ਆਈ। ਤੁਸੀਂ ਨੇੜੇ ਸਾਫ਼ ਕਿੰਨੀ ਦੂਰ ਤੱਕ ਦੇਖ ਸਕਦੇ ਹੋ ਬਿਨਾਂ ਕਿਸੇ ਪ੍ਰੋਬਲਮ ਤੋਂ, ਤਾਂ ਉਹਦਾ ਆਨਸਰ ਕੀ ਹੈਗਾ 25 ਸੈਂਟੀਮੀਟਰ 25 ਬਿਨਾਂ ਅੱਖ ਤੇ ਦਬਾਅ ਪਾਏ। ਦੂਰ ਕਿੰਨਾ ਕੁ ਦੇਖ ਸਕਦੇ ਹੋ, ਇਨਫਿਨਿਟੀ, ਬਹੁਤ ਜ਼ਿਆਦਾ ਦੂਰ ਤੱਕ, ਜਿਸ ਨੂੰ ਫਾਰ ਪੁਆਇੰਟ ਪੁੱਛਿਆ। ਇਹ ਲਿਸਟ ਹੈ, ਇਸ ਜਗ੍ਹਾ ਤੇ ਵਰਡ ਤੁਹਾਡਾ ਨੀਅਰ ਪੁਆਇੰਟ ਵੀ ਹੋ ਸਕਦਾ ਹੈ। ਨੀਅਰ ਪੁਆਇੰਟ ਕਿਹੜਾ ਤੁਹਾਡੀ ਆਈ ਲਈ ਦੇਖਣ ਵਾਸਤੇ, ਤੇ ਫਾਰ ਪੁਆਇੰਟ ਕਿੱਥੇ। ਐਟ ਨੂਨ ਸਨ ਅਪੀਅਰਸ, ਦੁਪਹਿਰ ਦੇ ਸਮੇਂ ਤੁਹਾਨੂੰ ਸੂਰਜ ਜਿਹੜਾ ਬਿਲਕੁਲ ਆਪਣੇ ਉੱਪਰ ਹੁੰਦਾ ਹੈ, ਉਹ ਕਿਸ ਕਲਰ ਦਾ ਵਿਖਾਈ ਦਿੰਦਾ ਹੈ, ਉਸਨੂੰ ਦੇਸੀ ਰਿਹਾ ਨੂੰ ਵਾਈਟ। ਨੈਕਸਟ ਹੈਗਾ ਆਪਣੇ ਕੋਲ with both eyes open we can see about view about ਕਿ ਡਿਗਰੀਜ਼, ਮਤਲਬ ਕਿੰਨੇ ਡਿਗਰੀ ਦੇ ਤੁਸੀਂ ਦੇਖ ਸਕਦੇ ਹੋ। ਜਿਹੜੀ ਇੱਕ ਸਿੰਗਲ ਅੱਖ ਹੈ ਅਪਰੋਕਸੀਮੇਟਲੀ 130 ਤੇ ਆਪਾਂ ਨੂੰ ਵਿਊ ਦਿੰਦੀ ਹੈ, ਜਿਹੜੀਆਂ ਦੋਨੇ ਮਿਲ ਕੇ ਉਹ ਕਿੰਨਾ ਵਿਜ਼ੀਬਲ ਕਰਨਗੀਆਂ ਆਪਾਂ ਨੂੰ 180। ਜੇ ਇੱਕ ਸਿੰਗਲ ਆਈ ਦਾ ਪੁੱਛਿਆ ਤਾਂ 130, ਜੇ ਦੋਨਾਂ ਦਾ ਪੁੱਛਿਆ ਤਾਂ 2 ਆਈਸ ਦਾ 180। ਨੈਕਸਟ ਪੁੱਛਿਆ ਆਪਾਂ ਨੂੰ ਦਾ ਕਲਰ ਆਫ ਲਾਈਵ ਵਾਇਰ। ਲਾਈਵ ਵਾਇਰ ਹੈ ਜਿਹੜੀ ਉਹ ਬਰਾਊਨ ਜਾਂ ਰੈੱਡ ਹੀ ਮਿਲਦੀ ਹੈ ਸਾਨੂੰ ਹਮੇਸ਼ਾ। ਜਿਹੜੀ ਅਰਥ ਵਾਇਰ ਹੈ ਉਹਦਾ ਕਲਰ ਗ੍ਰੀਨ ਰਹਿੰਦਾ ਹੈ। ਜਿਹੜੀ ਆਪਣੇ ਕੋਲ ਆ ਜਾਂਦੀ ਕਿ ਵਾਇਰ ਕਿਹੜੀ ਵਾਲੀ ਅਰਥ ਜਾਂ ਨਿਊਟਰਲ, ਉਹਦਾ ਕਲਰ ਬਲੈਕ ਵੀ ਹੋ ਸਕਦਾ ਤੇ ਬਲੂ। ਇਹ ਡਿਪੈਂਡ ਕਰਦਾ ਵੀ ਵਾਇਰਸ ਦਾ ਕੰਬੀਨੇਸ਼ਨ ਕਿਹੜੇ ਕਲਰਸ ਦੇ ਵਿੱਚ ਆ ਰਿਹਾ। ਬਟ ਜਿਹੜਾ ਰੈੱਡ ਕਲਰ ਹੈ ਜਾਂ ਬਰਾਊਨ ਕਲਰ ਇਹ ਹਮੇਸ਼ਾ ਲਾਈਵ ਵਾਇਰ ਵਾਸਤੇ ਹੁੰਦਾ ਜਿਹਦੇ ਵਿੱਚੋਂ ਕਰੰਟ ਆ ਰਿਹਾ। ਇੱਥੇ ਤੱਕ ਕੋਈ ਕਿਸੇ ਕੁਐਸਚਨ 'ਚ 19 ਤੱਕ ਡਾਊਟ ਤਾਂ ਟਾਈਪ ਕਰ ਦੇਵੋ, ਮੈਂ ਰਿਪੀਟ ਕਰ ਦਿੰਦਾ, ਅਦਰਵਾਈਜ਼ ਨਹੀਂ ਆਪਾਂ ਬਿਨਾਂ ਟਾਈਮ ਵੇਸਟ ਕੀਤੇ ਅੱਗੇ ਵਧਦੇ। ਠੀਕ ਹੈ ਬੱਚੇ, ਸਿਮਰਨ ਓਕੇ। ਸੋ ਵੀ ਆਪਾਂ ਨੈਕਸਟ ਕੁਐਸਚਨ 20 ਨੰਬਰ ਇਹਦੇ ਵਿੱਚ ਆਪਾਂ ਨੂੰ 20 ਨੰਬਰ ਕੁਐਸਚਨ 'ਚ ਕੀ ਪੁੱਛਿਆ, ਰੇਟਿੰਗ ਪੁੱਛਿਆ ਫॉर ਦਾ ਬਲਬ, ਫੈਨ, ਮੋਬਾਈਲ ਚਾਰਜਰ ਲਈ ਕਿੰਨੀ ਹੁੰਦੀ ਹੈ। ਜਿੰਨੇ ਵੀ ਸਾਡੇ ਮੋਬਾਈਲ ਚਾਰਜਰ ਨੇ ਉਹਨਾਂ ਉੱਪਰ ਮੈਂਸ਼ਨ ਹੁੰਦਾ 5 ਐਂਪੀਅਰ, ਨੋਟ ਕਰਿਓ ਕਿ 5A ਲਿਖਿਆ ਹੁੰਦਾ, ਤਾਂ ਆਪਣੇ ਕੋਲ ਇੱਥੇ ਬੀ ਆਪਸ਼ਨ ਜਿਹੜੀ ਬਿਲਕੁਲ ਸਹੀ ਹੋਊਗੀ। ਦਾ ਕਲਰ ਆਫ ਡੈਸ਼ ਵਾਇਰ ਇਜ਼ ਗ੍ਰੀਨ। ਗ੍ਰੀਨ ਕਲਰ ਆਪਾਂ ਪਿਛਲੀ ਸਲਾਈਡ ਤੇ ਵੀ ਕੀਤਾ, ਕਿਹੜੀ ਵਾਇਰ ਦਾ ਹੁੰਦਾ, ਜਿਹੜੀ ਅਸੀਂ ਧਰਤੀ ਦੇ ਵਿੱਚ ਇੱਕ ਅਰਥ ਕਰਦੇ। ਅਰਥ ਕਾਹਦੇ ਲਈ ਕਰਦੇ ਹਾਂ, ਤਾਂ ਕਿ ਕਿਸੇ ਵੀ ਡਿਵਾਈਸ ਵਿੱਚ ਕਰੰਟ ਆ ਗਿਆ ਤਾਂ ਉਹ ਅਰਥ ਹੋ ਜਾਏ, ਤੁਹਾਨੂੰ ਨੁਕਸਾਨ ਨਾ ਪਹੁੰਚੇ। ਇਸ ਕਰਕੇ ਆਪਾਂ ਕਹਿ ਸਕਦੇ ਹਾਂ ਅਰਥ ਵਾਇਰ। ਨਿਊਟਰਲ ਵਾਇਰ ਦਾ ਕਲਰ ਬਲੈਕ ਜਾਂ ਬਲੂ। ਲਾਈਵ ਵਾਇਰ ਹਮੇਸ਼ਾ ਰੈੱਡ ਕਲਰ ਦੀ ਹੋਊਗੀ। ਵਿਚ ਕਲਰ ਪੇਂਟਡ ਇਨਸਾਈਡ ਦਾ ਸੋਲਰ ਕੁੱਕਰ। ਤੁਹਾਨੂੰ ਪਤਾ ਜਿਹੜੇ ਸੋਲਰ ਕੁੱਕਰ ਹੈ ਉਹਨਾਂ ਨੂੰ ਅੰਦਰੋਂ ਹਮੇਸ਼ਾ ਬਲੈਕ ਪੇਂਟ ਕੀਤਾ ਜਾਂਦਾ,
ਕਿਉਂ ਕੀਤਾ ਜਾਂਦਾ ਹੈ ਕਿ ਬਲੈਕ ਕਲਰ ਹੈ ਜਿਹੜਾ ਆਲ ਟਾਈਪ ਦੀਆਂ ਰੇਡੀਏਸ਼ਨਸ ਨੂੰ ਕੀ ਕਰ ਸਕਦਾ ਹੈਗਾ, ਅਬਜ਼ੌਰਬ ਕਰ ਸਕਦਾ, ਜਿਹਦੇ ਕਰਕੇ ਉਹ ਹੀਟ ਕੀ ਹੋ ਜਾਂਦਾ ਜ਼ਿਆਦਾ। ਨੈਕਸਟ ਹੈਗਾ ਆਪਣੇ ਕੋਲ 23 ਨੰਬਰ ਕੁਐਸਚਨ, ਮੇਨ ਕੰਪੋਨੈਂਟ ਮਤਲਬ ਮੇਨ ਹਿੱਸਾ ਕੀ ਚੀਜ਼ ਹੁੰਦੀ ਜਿਹੜੀ ਬਾਇਓਗੈਸ ਵਿੱਚ, ਜਿਹੜੇ ਆਪਾਂ ਗੋਬਰ ਗੈਸ ਪਲਾਂਟ ਕਹਿੰਦੇ ਉਹਨਾਂ ਵਿੱਚ ਕਿਹੜੀ ਗੈਸ ਹੈ ਜਿਹੜੀ ਪਾਈ ਜਾਂਦੀ ਹੈ, ਤਾਂ ਧਿਆਨ ਚ ਰੱਖਣਾ ਤੁਸੀਂ ਮਥੇਨ। ਹੁਣ ਤੁਸੀਂ ਕਹੋਗੇ ਸਾਡੇ ਐਲਪੀਜੀ ਦੇ ਵਿੱਚ ਕੀ ਪਾਈ ਜਾਂਦੀ ਹੈ, ਬਿਊਟੇਨ, ਜਿਹੜੀ ਆਪਣੇ ਘਰਾਂ ਚ ਆਉਂਦੀ ਹੈ ਨਾ ਸਿਲੰਡਰਾਂ ਦੇ ਵਿੱਚ, ਉਹ ਬਿਊਟੇਨ ਗੈਸ ਹੈ, ਤੇ ਮਥੇਨ ਕੀ ਹੁੰਦੀ ਹੈ ਬਾਇਓਗੈਸ ਚ। ਜੇ ਤੁਹਾਨੂੰ ਪੁੱਛਣ ਸੀਐਨਜੀ ਦੇ ਵਿੱਚ ਕਿਹੜਾ ਕੰਪੋਨੈਂਟ ਹੈ, ਤਾਂ ਉਹਦਾ ਆਨਸਰ ਵੀ ਤੁਸੀਂ ਕੀ ਦੇਣਾ ਪੇਪਰ ਦੇ ਵਿੱਚ ਹਮੇਸ਼ਾ ਮਥੇਨ। ਜੇ ਮਥੇਨ ਦਾ ਫਾਰਮੂਲਾ ਪੁੱਛ ਲੈਣ ਤਾਂ CH4। ਅਗਲਾ ਹੈ ਆਪਣੇ ਕੋਲ ਵੇਅਰ ਇੰਡੀਆਸ ਲਾਰਜੈਸਟ ਜਿਹੜਾ ਵਿੰਡ એનર્ਜੀ ਪਲਾਂਟ ਕੰਸੈਂਟਰੇਟਰ, ਇਹ ਜਿਹੜਾ ਮੋਸਟਲੀ ਆਪਣੇ ਬਣਾਏ ਜਾਂਦੇ ਨੇ ਇਹ ਤਾਮਿਲਨਾਡੂ ਦੇ ਵਿੱਚ ਨੇਗੇ, ਜਿਹੜੀ ਵਿੰਡ એનર્ਜੀ ਮਿਲਸ ਨੇ। ਨੈਕਸਟ ਕੁਐਸਚਨ ਦੇਖਦੇ ਹਾਂ ਆਪਾਂ 25 ਨੰਬਰ ਕੁਐਸਚਨ, ਇਹਦੇ ਵਿੱਚ ਆਪਾਂ ਨੂੰ ਪੁੱਛਿਆਗਾ ਹਾਊ ਮਚ ਇਲੈਕਟ੍ਰਿਸਿਟੀ ਪ੍ਰੋਡਿਊਸਡ ਬਾਈ ਵਨ ਸੋਲਰ ਸੈਲ, ਇੱਕ ਸੋਲਰ ਸੈਲ ਕਿੰਨੀ ਕੁ ਇਲੈਕਟ੍ਰਿਸਿਟੀ ਪ੍ਰੋਡਿਊਸ ਕਰ ਦਿੰਦਾ, ਤਾਂ ਅਪਰੋਕਸੀਮੇਟਲੀ ਇਹ 1 ਵੋਲਟ ਜਿਹੜਾ ਪ੍ਰੋਡਿਊਸ ਕਰਦਾ। ਜਿਹੜੇ ਸੋਲਰ ਸੈਲ ਨੇ ਇਹ ਬਣਾਏ ਕਾਹਤੋਂ ਜਾਂਦੇ ਨੇ, ਇਹਨਾਂ ਵਿੱਚ ਯੂਜ਼ ਕੀਤੀ ਜਾਂਦੀ ਨੇ ਸੀਜ਼ੀਅਮ, ਜਿਹੜੀ ਮੈਟਲ ਤੇ ਸਿਲੀਕੋਨ ਦੋਨੋਂ ਯੂਜ਼ ਹੁੰਦੀਆਂ ਇਹਦੇ ਵਿੱਚ ਹਮੇਸ਼ਾ। ਤਾਂ ਜਿਹੜਾ ਤੁਹਾਡਾ ਆਪਸ਼ਨ ਹੈ ਇਹਦੇ ਵਿੱਚ ਉਹ ਦੋਨਾਂ 'ਚ ਕੋਈ ਵੀ ਬਣ ਸਕਦਾ। ਜ਼ਿਆਦਾ ਯੂਜ਼ ਸਿਲੀਕੋਨ ਹੁੰਦੀ ਹੈ ਪਰ ਘੱਟ ਅਮਾਊਂਟ 'ਚ ਸੀਜ਼ੀਅਮ। ਸਿਲੀਕੋਨ ਵੀ ਇਹਦੇ ਵਿੱਚ ਦੋਨੇ ਮਿਕਸ ਵੀ ਕੀਤੀਆਂ ਜਾਂਦੀਆਂ, ਪਰ ਤੁਸੀਂ ਜਿਹੜਾ ਪੇਪਰ 'ਚ ਟਿਕ ਕਰਕੇ ਆਉਣਾ ਉਹ ਆਪਸ਼ਨ ਸੀਜ਼ੀਅਮ। ਵਿਚ ਟਾਈਪ ਮਿਰਰ ਇਜ਼ ਯੂਜ਼ਡ ਇਨ ਸੋਲਰ ਕੁੱਕਰ, ਸੋਲਰ ਕੁੱਕਰ ਦੇ ਵਿੱਚ ਕਿਹੜਾ ਮਿਰਰ ਜਿਹੜਾ ਯੂਜ਼ ਕੀਤਾ ਜਾਂਦਾ ਉਹ ਹੈਗਾ ਕਨਕੇਵ। ਉਸ ਤੋਂ ਬਾਅਦ ਕਿ ਸੋਲਰ ਕੁੱਕਰ ਕਦੋਂ ਨਹੀਂ ਵਰਕ ਕਰਦਾ, ਜਿਸ ਦਿਨ ਬੱਦਲਵਾਈ ਹੁੰਦੀ ਹੈ ਕਲੌਡੀ ਡੇ, ਉਸ ਦਿਨ ਉਹ ਵਰਕ ਨਹੀਂ ਕਰਦਾ। 29 ਦੇ ਵਿੱਚ ਪੁੱਛਿਆ ਨਿਊਕਲੀਅਰ ਫਿਊਲ ਕਿਹੜਾ ਹੈ, ਇੱਕ ਕੋਲਾ ਨਹੀਂ ਹੈਗਾ, ਪੈਟਰੋਲ ਨਹੀਂ ਹੈਗਾ, ਤਾਂ ਯੂਰੇਨੀਅਮ ਹੈ। ਯੂਰੇਨੀਅਮ ਨੂੰ ਵਰਤਿਆ ਜਾਂਦਾ ਇੱਕ ਨਿਊਕਲੀਅਰ ਫਿਊਲ ਦੇ ਤੌਰ ਤੇ। ਜੇ ਤੁਹਾਨੂੰ ਪੁੱਛਣ ਇਹ એનર્ਜੀ ਪੈਦਾ ਕਿਵੇਂ ਕਰਦਾ ਹੈ, ਇਹ ਦੋ ਪਾਰਟਸ ਦੇ ਵਿੱਚ ਡਿਵਾਈਡ ਹੁੰਦਾ ਹੈ, ਬੇਰੀਅਮ ਤੇ ਕ੍ਰਿਪਟੋਨ ਦੇ ਵਿੱਚ, ਤੇ ਨਾਲ ਲਾਰਜ ਅਮਾਉਂਟ ਦੇ ਵਿੱਚ ਕੀ ਪ੍ਰੋਡਿਊਸ ਕਰਦਾ ਹੈ એનર્ਜੀ। ਕੁਐਸਚਨ ਨੰਬਰ 30, ਹੁਣ ਗੰਗਾ ਐਕਸ਼ਨ ਪਲਾਨ ਜਿਹਨੂੰ ਗੈਪ ਦੇ ਨਾਮ ਨਾਲ ਜਾਣਿਆ ਜਾਂਦਾ, ਜੇ ਫੁੱਲ ਫਾਰਮ ਪੁੱਛਣ ਤਾਂ ਇਹ ਕਦੋਂ ਸਟਾਰਟ ਕੀਤਾ ਗਿਆ ਸੀ 1985 ਦੇ ਵਿੱਚ, ਕਿਉਂਕਿ ਗੰਗਾ ਜਿਹੜੀ ਆਪਣੀ ਉਹਦੇ ਵਿੱਚ ਕੀ ਹੋ ਗਿਆ ਸੀਗਾ, ਪਾਣੀ ਦੇ ਵਿੱਚ ਗੰਦਗੀ ਬਹੁਤ ਜ਼ਿਆਦਾ ਫੈਲ ਗਈ ਸੀ, ਜਿਹਦੀ ਸਫਾਈ ਲਈ ਜਿਹੜਾ ਐਕਸ਼ਨ ਲੈਤਾ ਸੀਗਾ ਸਫਾਈ ਮੁਹਿੰਮ ਲਈ ਉਹ 1985 ਦੇ ਵਿੱਚ ਲਿਆ ਸੀ। ਵਾਟਰ ਸਟੋਰੇਜ ਸਕੀਮ ਇਨ ਕੋਲਾਸ, ਇਹ ਪਤਾ ਕੀ ਸਿਸਟਮ ਸੀ, ਇੱਕ ਪਾਣੀ ਨੂੰ ਸਟੋਰ ਕਰਨ ਦਾ ਇੱਕ ਪ੍ਰੋਸੈਸ ਸੀ, ਜਿੱਥੇ ਉਹ ਕੋਈ ਵੀ ਪਰਸਨ ਜਿਹੜਾ ਪਿੰਡ ਦੇ ਵਿੱਚ ਉਹ ਕੀ ਕਰਦਾ ਸੀ, ਆਪਣੇ ਖੇਤ ਵਿੱਚ ਪਾਣੀ ਇਕੱਠਾ ਕਰ ਲੈਂਦਾ ਸੀ ਜਾਂ ਪਹਾੜੀ ਇਲਾਕੇ 'ਚ ਜਿੱਥੇ ਪਾਣੀ ਇਕੱਠਾ ਕਰਕੇ ਉਹਨੂੰ ਕੀ ਕਰਦੇ ਸੀ, ਫਿਰ ਉਹ ਪੇੜ ਯਾਨੀ ਕਿ ਪੈਸੇ ਲੈ ਕੇ ਜਿਹੜੇ ਨੇ ਵੀ ਉਸ ਤੋਂ ਉਹਨਾਂ ਨੇ ਆਪਦੇ ਜਿਹੜੇ ਖਾਲ ਹੁੰਦੇ ਪਾਈਪਲਾਈਨ ਸਿਸਟਮ ਪਾਇਆ ਹੋਇਆ ਸੀਗਾ, ਜਿਹੜੇ ਵੀ ਕਿਸਾਨ ਨੇ ਖੇਤ ਵਿੱਚ ਪਾਣੀ ਲਾਉਣਾ ਹੁੰਦਾ ਸੀ ਤਾਂ ਉਹ ਉਹਨਾਂ ਨੂੰ ਪੈਸੇ ਪੇਡ ਕਰਦਾ ਸੀ ਪਹਿਲਾਂ, ਫਿਰ ਉਹ ਘੰਟਿਆਂ ਦੇ ਹਿਸਾਬ ਨਾਲ ਫਿਰ ਉਹ ਪਾਣੀ ਵਰਤਦਾ ਸੀ। ਤੇ ਸਭ ਤੋਂ ਪਹਿਲਾਂ ਜਿਹੜਾ ਸਟਾਰਟਅਪ ਹੋਇਆ ਸੀ ਉਹ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜਾ ਸਟਾਰਟਅਪ ਹੋਇਆ ਸੀ। ਨੈਕਸਟ ਹੈਗਾ ਫੋਰੈਸਟਸ ਆਰ, ਫੋਰੈਸਟ ਜਿਹੜੇ ਮੋਸਟਲੀ ਆਪਾਂ ਨੂੰ ਮਿਲਦੇ ਆ ਹੌਟ ਪਲੇਸ ਨੇ, ਕੈਨ ਬੀ ਅਬਟੇਨਡ ਅਗੇਨ, ਕਿਹੜੀ ਚੀਜ਼ ਤੁਸੀਂ ਦੁਬਾਰਾ ਪ੍ਰਾਪਤ ਕਰ ਸਕਦੇ ਹੋ, ਦੇਖੋ ਵੀ ਮੈਟਲ ਹੈ ਰਿਕਵਰੀ ਕੀਤੀ ਜਾ ਸਕਦੀ ਹੈ, ਪੋਲੀਥੀਨ ਵੀ ਹੋ ਜਾਂਦਾ, ਪਲਾਸਟਿਕ ਵੀ ਹੋ ਜਾਂਦਾ, ਤਾਂ ਆਪਸ਼ਨ ਸਾਰੀ ਹੈ। ਕਲੀਅਰ ਹੈ ਸਾਰਿਆਂ ਨੂੰ ਕੋਲਾਸ ਕੀ ਹੈ?
ਪਤਾ ਲੱਗ ਗਿਆ। ਬਸ ਇਹ ਪਾਣੀ ਸਟੋਰੇਜ ਕੀਤਾ ਜਾਂਦਾ ਸੀ ਕੋਲਾਸ ਦੇ ਵਿੱਚ, ਪਾਣੀ ਇਕੱਠਾ ਕਰਕੇ, ਜਿਵੇਂ ਆਪਣੇ ਕਹਿ ਲਓ ਤੁਸੀਂ ਲੇਕ ਝੀਲਾਂ ਬਣੀਆਂ ਹੋਈਆਂ, ਉਦੋਂ ਬਾਅਦ ਰਿਵਰ ਰਾਹੀਂ, ਨਦੀਆਂ ਰਾਹੀਂ, ਨਹਿਰਾਂ ਰਾਹੀਂ ਪਾਣੀ ਜਿਹੜਾ ਉਹ ਸਪਲਾਈ ਕੀਤਾ ਜਾਂਦਾ ਖੇਤਾਂ ਦੇ ਵਿੱਚ, ਆਪਣੇ ਖਾਲ ਬਣੇ ਹੁੰਦੇ ਹਨ, ਉਹੀ ਪ੍ਰੋਸੈਸ ਆ ਸਾਰੇ। ਬਸ ਉਹ ਪੇੜ ਹੁੰਦਾ ਸੀ, ਜੇ ਬਾਰਿਸ਼ ਹੁੰਦੀ ਸੀ ਉਹ ਪਾਣੀ ਇਕੱਠਾ ਕਰਕੇ ਰੱਖ ਦਿੰਦੇ ਸੀ। ਹੁਣ ਤੁਹਾਨੂੰ ਪੁੱਛਿਆ ਕਲੀਨ ਫਿਊਲ, ਸਾਫ ਸੁਥਰਾ ਫਿਊਲ ਬਾਲਣ ਕਿਹੜਾ। ਇਹਨਾਂ ਚੋਂ ਸਾਰਿਆਂ ਚੋਂ ਵੀ ਤੁਹਾਡੇ ਨਾ ਉੱਥੇ ਤੁਹਾਨੂੰ ਇੱਕ ਚੀਜ਼ 'ਚ ਕਨਫਿਊਜ਼ਨ ਹੋਈ ਹੋਊਗੀ ਜਦ ਤੁਸੀਂ ਕੱਲ ਪੇਪਰ ਕੀਤਾ ਹੋਵੇ ਵੀ CNG ਹੈ ਜਾਂ LPG ਹੈ, ਵੀ ਦੋਨੇ ਹੋਣੇ, ਤਾਂ ਤੁਸੀਂ CNG ਟੇਕ ਕਰਕੇ ਆਓ ਹਮੇਸ਼ਾ। CNG ਇਹ ਕਲੀਨ ਫਿਊਲ ਹੈ ਇਹਨਾਂ ਵਿੱਚੋਂ, ਤਾਂ ਇਹਨੂੰ ਸਭ ਤੋਂ ਜ਼ਿਆਦਾ ਯੂਜ਼ ਕੀਤਾ ਜਾਂਦਾ। ਐਨ ਈਕੋਸਿਸਟਮ consisted of components, ਦੇਖੋ ਵੀ ਆਪਣਾ ਈਕੋਸਿਸਟਮ ਜਿਹੜੇ এনवायरमेंट ਜਿੱਥੇ ਅਸੀਂ ਰਹਿ ਕੇ ਆਪਦੀਆਂ ਲੋੜਾਂ ਪੂਰੀਆਂ ਕਰਦੇ ਹਾਂ, ਉਸ ਸਿਸਟਮ, ਉਸ ਪ੍ਰਬੰਧਨ ਨੂੰ ਕੀ ਬੋਲਦੇ ਆ, ਈਕੋਸਿਸਟਮ। ਇਹਦੇ ਵਿੱਚ ਟੂ ਪਾਰਟਸ ਮੇਨ ਹੈ, ਬਾਇਓਟਿਕ ਤੇ ਆਬਾਇਓਟਿਕ। ਬਾਇਓਟਿਕ ਦੇ ਵਿੱਚ ਤਾਂ ਸਾਰਾ ਲਿਵਿੰਗ ਥਿੰਗਸ ਆ ਜਾਂਦੀਆਂ, ਜਿਉਂਦੀਆਂ। ਆਬਾਇਓਟਿਕ ਦੇ ਵਿੱਚ ਕੀ ਆ ਜਾਂਦਾ, ਨॉन ਲਿਵਿੰਗ, ਏਅਰ, ਵਾਟਰ ਤੇ ਸੋਇਲ, ਮਿੱਟੀ। ਤਾਂ ਇਹ ਆਬਾਇਓਟਿਕ, ਤਾਂ ਇਹਦੀ ਆਪਸ਼ਨ ਤੁਹਾਡੀ ਕਿਹੜੀ ਬਣ ਜੂ, ਬੋਥ, ਦੋਨੋਂ ਹੀ ਫਿੱਟ ਬੈਠਣਗੇ। ਓਜ਼ੋਨ ਲੇਅਰ ਇਜ਼ ਡੈਪਲੇਟਡ, ਮਤਲਬ ਖਤਮ ਕਿਹਦੇ ਨਾਲ ਹੁੰਦੀ ਹੈ ਓਜ਼ੋਨ ਲੇਅਰ, ਕਿਹੜੀ ਗੈਸ ਨਾਲ। ਤਾਂ ਇਹਨਾਂ ਵਿੱਚੋਂ CFC, ਜਿਹਨੂੰ ਬੋਲਦੇ ਆ ਕਲੋਰੋਫਲੋਰੋ ਕਾਰਬਨ। ਜੇ ਤੁਹਾਨੂੰ ਪੇਪਰ 'ਚ ਓਜ਼ੋਨ ਦਾ ਫਾਰਮੂਲਾ ਪੁੱਛ ਲੈਣ ਤਾਂ ਧਿਆਨ ਰੱਖਣਾ O3, ਆਕਸੀਜਨ ਦੇ 3 ਅਣੂ ਜਿਹੜੇ ਐਟਮ ਕੰਬਾਈਨ ਹੁੰਦੇ ਇਹਦੇ ਵਿੱਚ। ਨੈਕਸਟ ਕੁਐਸਚਨ ਰਹਿ ਗਏ ਆਪਣੇ 4, ਦੇ ਕਿਹੜਾ ਡਿਵਾਈਸ ਯੂਜ਼ ਕੀਤਾ, ਮਤਲਬ ਯੂਜ਼ ਕੀਤਾ ਜਾਂਦਾ ਹੈ ਕਰੰਟ ਨੂੰ ਮੈਜ਼ਰ ਕਰਨ ਲਈ। ਕਰੰਟ ਵਾਸਤੇ ਐਮੀਟਰ, ਪੋਟੈਂਸ਼ੀਅਲ ਵਾਸਤੇ ਵੋਲਟਮੀਟਰ। ਗਲਵੈਨੋਮੀਟਰ ਦਾ ਕੰਮ ਸਿਰਫ ਕੀ ਹੁੰਦਾ ਹੈਗਾ, ਜਿਹੜਾ ਕਰੰਟ ਹੈ ਉਹ ਜਸਟ ਚੈੱਕ ਕਰਨ ਲਈ ਵੀ ਸਰਕਟ ਦੇ ਵਿੱਚ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ, ਸਿਰਫ ਇਹ ਚੈੱਕ ਕਰਨ ਲਈ। 38 which is not used to make motor, ਮੋਟਰ ਦੇ ਵਿੱਚ ਕਿਹੜੀ ਚੀਜ਼ ਨਹੀਂ ਵਰਤੀ ਜਾਂਦੀ, ਬਾਕੀ ਸਾਰੇ ਪਾਰਟ ਵਰਤੇ ਜਾਂਦੇ, ਇਕੱਲਾ ਐਕਸਲ ਨੂੰ ਛੱਡ ਕੇ। AC ਜਿਹੜੀ ਹਾਊਸ ਪਾਵਰ ਦੇ ਵਿੱਚ ਆਪਣੀ ਕਿੰਨੀ ਫ੍ਰੀਕੁਐਂਸੀ ਦੀ ਲਾਈਟ ਆਉਂਦੀ ਹੈ, ਫ੍ਰੀਕੁਐਂਸੀ ਜਿਹੜੀ ਦੀ ਯੂਨਿਟ ਹੁੰਦੇ ਨੇ ਹਰਟਜ਼, HZ ਨੂੰ ਲਿਖੇ ਜਾਂਦੇ, ਫੁੱਲ ਫਾਰਮ ਹੁੰਦੀ ਹੈ ਇਹਦੀ ਹਰਟਜ਼। ਤਾਂ ਆਪਣੀ 50 ਹਰਟਜ਼ ਜਿਹੜੀ ਫ੍ਰੀਕੁਐਂਸੀ ਉਹ ਆਉਂਦੀ ਹੈ, ਜਿਹਦਾ ਮੀਨਿੰਗ ਸਮਝਣਾ ਜਿਹੜੇ ਆਪਣੇ AC ਕਰੰਟ ਚੱਲਦਾ ਹੁੰਦਾ ਉਹਦੀ ਆਹ ਵਾਲੀ ਵੇਵ ਹੁੰਦੀ ਹੈ, ਇਹ 'ਚ ਪੋਜ਼ਿਟਿਵ ਤੇ ਨੈਗੇਟਿਵ ਹਾਫ 1 ਸੈਕਿੰਡ ਦੇ ਵਿੱਚ 50 ਟਾਈਮਸ ਚੇਂਜ ਹੋ ਜਾਂਦੇ ਆਪਸ ਵਿੱਚ। ਲਾਸਟ ਕੋਈ ਐਕਸ ਕੰਪਾਊਂਡ ਵਰਤਿਆ ਜਾਂਦਾ ਵਾਈਟ ਵਾਸ਼ ਲਈ, ਉਹਦਾ ਫਾਰਮੂਲਾ ਦੱਸਣਾ, ਕੈਲਸ਼ੀਅਮ ਆਕਸਾਈਡ। ਇਹ ਬਣਦਾ ਕਿਤੋਂ ਹੁੰਦਾ, ਕੈਲਸ਼ੀਅਮ ਕਾਰਬੋਨੇਟ ਨੂੰ ਹੀਟ ਕਰਕੇ, ਗਰਮ ਕਰਕੇ ਇਹਦਾ ਅਸੀਂ ਉਹ ਕੀ ਕਹਾਂਗੇ, ਨੇਮ ਇਹਨੂੰ ਬੋਲਦੇ ਕੁਇਕ ਲਾਈਨ। ਉਸ ਤੋਂ ਬਾਅਦ ਆਪਾਂ ਜਦੋਂ ਇਹਦੇ ਵਿੱਚ ਪਾਣੀ ਪਾਵਾਂਗੇ ਤਾਂ ਕੀ ਬਣ ਜਾਂਦਾ ਸਾਡੇ ਕੋਲ, ਕੈਲਸ਼ੀਅਮ ਹਾਈਡਰੋ ਆਕਸਾਈਡ, ਜਿਹਨੂੰ ਅਸੀਂ ਕੀ ਬੋਲਦੇ ਹਾਂ ਲਾਈਮ ਵਾਟਰ। ਜਿਹਦੇ ਵਿੱਚੋਂ CO2 ਗੈਸ ਪਾਸ ਕਰਨ ਨਾਲ ਉਹਦਾ ਕਲਰ ਕੀ ਹੋ ਜਾਂਦਾ ਹੈਗਾ, ਮਿਲਕੀ। ਇਹ ਸੀ ਤੁਹਾਡੇ ਲਾਸਟ ਜਿਹੜਾ ਤੁਹਾਡਾ ਪੇਪਰ ਸੀ, ਤੇ ਟੋਟਲ ਕੁਐਸਚਨ ਜਿਹੜੇ 40 ਆਪਾਂ ਡਿਸਕਸ ਕੀਤੇ ਨੇ। ਜੇ ਕੋਈ ਡਾਊਟ ਹੋਇਆ ਤਾਂ ਮੈਨੂੰ ਪੁੱਛ ਸਕਦੇ ਹੋ ਦੁਬਾਰਾ, ਜਾਂ ਆਪਣਾ ਫੀਡਬੈਕ ਕਮੈਂਟ ਬਾਕਸ ਦੇ ਵਿੱਚ ਛੱਡ ਦਿਓ।